ਬਹੁਤ ਹੀ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਕਿ ਕਰੋਨਾ ਵਰਗੀ ਮਹਾਮਾਰੀ ਸਦਕਾ ਅਸੀਂ ਸਕੂਲ ਖੋਲ੍ਹਣ ਤੋਂ ਅਸਮਰੱਥ ਹਾਂ ਅਤੇ ਤੁਹਾਨੂੰ ਘਰ ਬੈਠੇ ਹੀ ਅਸੀਂ ਤੁਹਾਡਾ ਜਿਹੜਾ ਪਾਠਕ੍ਰਮ ਉਹਦੇ ਵੱਖ-ਵੱਖ ਵਿਸ਼ਿਆਂ ਬਾਰੇ ਜਿਹੜੇ ਲੈਕਚਰ ਆ ਤੁਹਾਡੇ ਲਗਾ ਰਹੇ ਹਾਂ। ਉਸੇ ਤਰੀਕੇ ਨਾਲ ਅੱਜ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹੋਏ ਹਾਂ ਆਪਣਾ ਲੈਕਚਰ ਲੈ ਕੇ। ਮੈਂ ਡਾਕਟਰ ਜਗਦੀਪ ਸਿੰਘ, ਲੈਕਚਰਰ ਪੰਜਾਬੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਾ ਸਿੰਘ ਵਾਲਾ, ਜ਼ਿਲ੍ਹਾ ਫਿਰੋਜ਼ਪੁਰ, ਤੁਹਾਡੇ ਸਾਹਮਣੇ ਆਪਣਾ ਵਿਸ਼ਾ ਲੈ ਕੇ ਆਇਆ। ਪਿਆਰੇ ਵਿਦਿਆਰਥੀਓ, ਤੁਹਾਨੂੰ ਪਤਾ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਲਗਭਗ 200 ਸਾਲ ਅੰਗਰੇਜ਼ਾਂ ਨੇ ਸਾਡੇ ਦੇਸ਼ 'ਤੇ ਰਾਜ ਕੀਤਾ। ਤਾਂ ਇਹ ਆਜ਼ਾਦੀ ਜਿਹੜੀ ਸਾਨੂੰ ਮਿਲੀ ਆ, ਇਹ ਬਹੁਤ ਹੀ ਲੰਮੀਆਂ ਕੁਰਬਾਨੀਆਂ ਅਤੇ ਘਾਲਣਾ ਸਦਕਾ ਮਿਲੀ ਆ। ਸਾਡੇ ਬਹੁਤ ਹੀ ਸਾਰੇ ਦੇਸ਼ ਭਗਤ ਜਿਨ੍ਹਾਂ ਨੇ ਆਪਣੇ ਦੇਸ਼ ਤੋਂ ਜਾਨਾਂ ਵਾਰ ਦਿੱਤੀਆਂ ਔਰ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਬਹੁਤ ਲੰਮਾ ਸੰਘਰਸ਼ ਵਿੱਢਿਆ। ਸੋ ਉਹ ਜਿਹੜੇ ਸਾਡੇ ਆਜ਼ਾਦੀ ਦੇ ਘੁਲੱਟ ਗਏ ਸੀ, ਉਹਨਾਂ ਨੂੰ ਅਸੀਂ ਬੜੇ ਹੀ ਸਤਿਕਾਰ ਨਾਲ ਉਹਨਾਂ ਦਾ ਨਾਮ ਲੈਂਦੇ ਹਾਂ, ਉਹਨਾਂ ਦੀ ਯਾਦ ਵਿੱਚ ਦਿਨ ਮਨਾਉਂਦੇ ਹਾਂ। ਬਹੁਤ ਸਾਰੇ ਸਾਡੇ ਆਜ਼ਾਦੀ ਘੁਲਾਟ ਗਏ ਹੋਏ ਨੇ, ਜਿਵੇਂ ਕਿ ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਜੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ। ਸੋ ਇਸ ਤਰ੍ਹਾਂ ਹੋਰ ਵੀ ਅਨੇਕਾਂ ਜਿਹੜੇ ਆਜ਼ਾਦੀ ਘੁਲਾਟ ਗਏ ਸਾਡੇ ਦੇਸ਼ ਵਿੱਚ ਵੀ ਹੋਏ ਔਰ ਸਾਡੇ ਪੰਜਾਬ ਵਿੱਚ ਵੀ ਹੋਏ, ਔਰ ਖ਼ਾਸ ਕਰਕੇ ਪੰਜਾਬੀਆਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਆ। ਆਓ ਆਪਾਂ ਇੱਕ ਅਜਿਹੇ ਹੀ ਸਾਡੇ ਆਜ਼ਾਦੀ ਦੇ ਮਹਾਨਾਇਕ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਉਹਨਾਂ ਦੀ ਜ਼ਿੰਦਗੀ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਸਰਦਾਰ ਭਗਤ ਸਿੰਘ ਦੀ ਤਸਵੀਰ ਦਿਖਾਉਣ ਜਾ ਰਹੇ ਹਾਂ। ਇਹ ਜੋ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਹ ਸਰਦਾਰ ਭਗਤ ਸਿੰਘ ਦੀ ਤਸਵੀਰ ਹੈ ਔਰ ਇਹ ਤਸਵੀਰ ਤੁਸੀਂ ਆਮ ਤੌਰ 'ਤੇ ਹੀ ਸਕੂਲਾਂ ਦੇ ਵਿੱਚ, ਦਫ਼ਤਰਾਂ ਦੇ ਵਿੱਚ ਇਸ ਤਸਵੀਰ ਨੂੰ ਦੇਖਿਆ ਹੋਵੇਗਾ। ਇਸ 'ਤੇ ਪੋਸਟਰ ਦੇਖੇ ਹੋਣਗੇ, ਜਿਨ੍ਹਾਂ ਦੇ ਸਿਰ 'ਤੇ ਹਮੇਸ਼ਾ ਇੱਕ ਕੇਸਰੀ ਰੰਗ ਦੀ ਪੱਗ ਬੰਨ੍ਹੀ ਹੁੰਦੀ ਹੈ। ਇਹ ਤਸਵੀਰ ਭਗਤ ਸਿੰਘ ਦੀ ਹੈ। ਸੋ ਆਓ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਹੁਣ ਭਗਤ ਸਿੰਘ ਦੇ ਜਨਮ ਅਤੇ ਜਨਮ ਸਥਾਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰਦਾਰ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਈਸਵੀ ਨੂੰ ਹੋਇਆ। 28 ਸਤੰਬਰ 1907 ਈਸਵੀ ਨੂੰ, ਔਰ ਉਹਨਾਂ ਦਾ ਜਿਹੜਾ ਜਨਮ ਹੈ ਉਹ ਪਾਕਿਸਤਾਨ ਦੇ ਲੈਲਪੁਰ ਜ਼ਿਲ੍ਹੇ ਦੇ ਇੱਕ ਪਿੰਡ ਬੰਗਾ ਵਿੱਚ ਹੋਇਆ। ਪਿੰਡ ਦਾ ਨਾਮ ਬੰਗਾ ਸੀ, ਚੱਕ ਨੰਬਰ 105, ਜ਼ਿਲ੍ਹਾ ਲੈਲਪੁਰ, ਜੋ ਕਿ ਪਾਕਿਸਤਾਨ ਵਿੱਚ ਚਲਾ ਗਿਆ ਹੈ। ਕਿਉਂਕਿ ਇਹ ਸਾਲ 1907 ਹੈ, ਜਦੋਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ। ਉਦੋਂ ਪਾਕਿਸਤਾਨ ਨਹੀਂ ਬਣਿਆ ਸੀ, ਉਦੋਂ ਸਾਰਾ ਹਿੰਦੁਸਤਾਨ ਭਾਰਤ ਦੇ ਵਿੱਚ ਹੀ ਇਲਾਕਾ ਸੀ। ਪਰੰਤੂ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਇੱਕ ਵੱਖਰਾ ਦੇਸ਼ ਬਣ ਗਿਆ। ਇਸ ਕਰਕੇ ਹੁਣ ਸਰਦਾਰ ਭਗਤ ਸਿੰਘ ਜੀ ਦਾ ਜਿਹੜਾ ਜਨਮ ਸਥਾਨ ਆ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ। ਪਿੰਡ ਬੰਗਾ, ਚੱਕ ਨੰਬਰ 105, ਜ਼ਿਲ੍ਹਾ ਲੈਲਪੁਰ, ਦੇਸ਼ ਪਾਕਿਸਤਾਨ। ਪਰੰਤੂ ਭਗਤ ਸਿੰਘ ਦੇ ਜਿਹੜੀ ਕੁਰਬਾਨੀ ਆ ਦੇਸ਼ ਪ੍ਰਤੀ, ਉਸ ਨੂੰ ਕੇਵਲ ਭਾਰਤ ਹੀ ਨਹੀਂ, ਪਾਕਿਸਤਾਨ ਦੇ ਵਿੱਚ ਵੀ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ। ਪਾਕਿਸਤਾਨ ਵਾਸੀਆਂ ਲਈ ਵੀ ਭਗਤ ਸਿੰਘ ਇੱਕ ਬਹੁਤ ਹੀ ਸਤਿਕਾਰ ਦਾ ਪਾਤਰ ਹੈ ਔਰ ਉਹਦੀ ਇੱਜ਼ਤ ਕਰਦੇ ਨੇ ਉਹਨਾਂ ਦੀ। ਇਸੇ ਸਤਿਕਾਰ ਵਜੋਂ ਪਾਕਿਸਤਾਨ ਸਰਕਾਰ ਵੱਲੋਂ ਇਸ ਪਿੰਡ ਦਾ ਨਾਮ ਬੰਗੇ ਤੋਂ ਬਦਲ ਕੇ ਭਗਤਪੁਰਾ ਕਰ ਦਿੱਤਾ ਗਿਆ। ਭਗਤਪੁਰਾ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਭਗਤ ਸਿੰਘ ਦੇ ਨਾਮ ਤੋਂ ਇਸ ਪਿੰਡ ਦਾ ਨਾਮ ਜਿਹੜੀ ਪਾਕਿਸਤਾਨ ਸਰਕਾਰ ਨੇ ਰੱਖ ਦਿੱਤਾ, ਭਗਤਪੁਰਾ। ਆ ਬਿਲਕੁਲ ਸੱਜੇ ਪਾਸੇ ਤੁਸੀਂ ਜਿਹੜੀ ਪਿਕਚਰ ਦੇਖ ਰਹੇ ਹੋ, ਇਹ ਭਗਤ ਸਿੰਘ ਦੇ ਉਸ ਘਰ ਦੀ ਹੈ ਜਿਸ ਘਰ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਇਹ ਜਨਮ ਸਥਾਨ ਵਾਲੀ ਉਹਨਾਂ ਦੀ ਤਸਵੀਰ ਹੈ। ਤਾਂ ਪਿਆਰੇ ਵਿਦਿਆਰਥੀਓ, ਹੁਣ ਆਪਾਂ ਭਗਤ ਸਿੰਘ ਦੇ ਜਿਹੜਾ ਜੱਦੀ ਪਿੰਡ ਆ ਉਸ ਪਿੰਡ ਦੀ ਗੱਲ ਕਰਾਂਗੇ। ਭਗਤ ਸਿੰਘ ਦਾ ਜੱਦੀ ਪਿੰਡ, ਜਿਹੜਾ ਕਿ ਭਾਰਤ ਵਿੱਚ ਹੀ ਹੈ, ਸਾਡੇ ਪ੍ਰਦੇਸ਼ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਵਿੱਚ, ਜਿਸ ਨੂੰ ਹੁਣ ਅਸੀਂ ਸ਼ਹੀਦ ਭਗਤ ਸਿੰਘ ਕਹਿੰਦੇ ਹਾਂ, ਪਿੰਡ ਦਾ ਨਾਮ ਹੈ ਖਟਕੜ ਕਲਾਂ। ਇਹ ਭਗਤ ਸਿੰਘ ਦਾ ਜੱਦੀ ਪਿੰਡ ਸੀ, ਖਟਕੜ ਕਲਾਂ, ਜੋ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਹੈ। ਇਸ ਜ਼ਿਲ੍ਹੇ ਦਾ ਨਾਮ ਪਹਿਲਾਂ ਨਵਾਂ ਸ਼ਹਿਰ ਹੁੰਦਾ ਸੀ, ਪਰੰਤੂ ਪੰਜਾਬ ਸਰਕਾਰ ਨੇ ਵੀ ਸਤਿਕਾਰ ਪ੍ਰਗਟ ਕਰਦਿਆਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ 'ਤੇ ਇਸ ਜ਼ਿਲ੍ਹੇ ਦਾ ਨਾਮ ਸ਼ਹੀਦ ਭਗਤ ਸਿੰਘ ਰੱਖ ਦਿੱਤਾ।
ਸ਼ਹੀਦ ਭਗਤ ਸਿੰਘ ਨਗਰ ਇਸ ਜ਼ਿਲ੍ਹੇ ਦਾ ਨਾਮ ਕਰ ਦਿੱਤਾ ਗਿਆ। ਇਹ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਤੁਸੀਂ ਦੇਖੋਗੇ ਸੱਜੇ ਪਾਸੇ ਜਿਹੜੀ ਤਸਵੀਰ ਆ ਇਹ ਭਗਤ ਸਿੰਘ ਦੇ ਜੱਦੀ ਘਰ ਜੋ ਕਿ ਖਟਕੜ ਕਲਾਂ ਵਿਖੇ ਸਥਿਤ ਹੈ, ਇਸ ਪਿੰਡ ਦੇ ਵਿੱਚ ਜਿਹੜਾ ਇਹ ਘਰ ਆ ਉਸ ਘਰ ਦੀ ਤਸਵੀਰ ਹੈ। ਇਸ ਘਰ ਦੇ ਵਿੱਚ ਹੁਣ ਭਗਤ ਸਿੰਘ ਦੇ ਨਾਲ ਸੰਬੰਧਿਤ ਕੁਝ ਵਸਤੂਆਂ ਜਾਂ ਹੋਰ ਡਾਕੂਮੈਂਟਸ ਉਹ ਜਿਹੜੇ ਇੱਥੇ ਰੱਖੇ ਹੋਏ ਨੇ ਤਾਂ ਕਿ ਕਿਸੇ ਸਮੇਂ ਸਾਡੇ ਜਿਹੜੇ ਸੈਲਾਨੀ ਨੇ ਉਹ ਆ ਕੇ ਉਹਨਾਂ ਚੀਜ਼ਾਂ ਨੂੰ ਦੇਖਦੇ ਆ। ਇੱਕ ਅਜਾਇਬ ਘਰ ਦਾ ਰੂਪ ਦਿੱਤਾ ਹੋਇਆ ਹੈ। ਇਸ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਆ ਜਿਹੜੀਆਂ ਉਹ ਰੱਖੀਆਂ ਹੋਈਆਂ ਨੇ। ਤਾਂ ਪਿਆਰੇ ਵਿਦਿਆਰਥੀਓ, ਹੁਣ ਆਪਾਂ ਉਹਨਾਂ ਦੇ ਪਰਿਵਾਰ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਸ਼ਹੀਦ ਭਗਤ ਸਿੰਘ ਜੀ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਸੀ, ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ, ਔਰ ਨਾਲ ਹੀ ਉਹਨਾਂ ਦੇ ਮਾਤਾ ਜੀ ਦੀ ਤਸਵੀਰ ਆ। ਮਾਤਾ ਜੀ ਦਾ ਨਾਮ ਸੀ ਵਿਦਿਆਪਤੀ। ਭਗਤ ਸਿੰਘ ਦੇ ਪਰਿਵਾਰ ਜਿਹੜਾ ਸੀ ਉਹਨਾਂ ਦਾ ਵੱਡੇ ਵਡੇਰੇ ਸਨ, ਉਹ ਸ਼ੁਰੂ ਤੋਂ ਹੀ ਦੇਸ਼ ਭਗਤੀ ਵਾਲੇ ਸਨ ਔਰ ਇਨਕਲਾਬੀ ਸੋਚ ਰੱਖਦੇ ਸਨ, ਕ੍ਰਾਂਤੀਕਾਰੀ ਸੋਚ ਰੱਖਦੇ ਸਨ। ਭਗਤ ਸਿੰਘ ਜੀ ਦੇ ਪਰਿਵਾਰ ਦੇ ਵੱਡੇ ਵਡੇਰੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਵੀ ਕੰਮ ਕਰਦੇ ਰਹੇ ਨੇ। ਆਓ ਤੁਹਾਨੂੰ ਇਹਨਾਂ ਦੇ ਦਾਦਾ ਜੀ ਅਤੇ ਚਾਚਾ ਜੀ ਦੀ ਤਸਵੀਰ ਵੀ ਦਿਖਾਉਂਦੇ ਹਾਂ। ਭਗਤ ਸਿੰਘ ਜੀ ਦੇ ਦਾਦਾ ਜੀ ਸਰਦਾਰ ਅਰਜਨ ਸਿੰਘ ਸਨ, ਜੋ ਕਿ ਇੱਕ ਬਹੁਤ ਹੀ ਸੁਲਝੇ ਹੋਏ ਇਨਸਾਨ ਸਨ, ਔਰ ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ। ਅਜੀਤ ਸਿੰਘ ਇੱਕ ਬਹੁਤ ਹੀ ਸਮਰਪਿਤ ਦੇਸ਼ ਭਗਤ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਔਰ ਉਹਨਾਂ ਦੇ ਇੱਕ ਪਗੜੀ ਸੰਭਾਲ ਜੱਟਾ ਨਾਮ ਦੀ ਲਹਿਰ ਚਲਾਈ ਸੀ। ਤੁਸੀਂ ਇਤਿਹਾਸ ਵਿੱਚ ਵੀ ਪੜ੍ਹਿਆ ਹੋਵੇਗਾ, ਪਗੜੀ ਸੰਭਾਲ ਜੱਟਾ ਨਾਮ ਦੀ ਇੱਕ ਲਹਿਰ ਸੀ, ਜਿਸ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਸੀ ਤਾਂ ਕਿ ਕਿਸਾਨ ਦੀ ਜਿਹੜੀ ਲੁੱਟ ਆ ਨਾ ਹੋਵੇ। ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲਿਆਂ ਬਾਰੇ ਇਸ ਲਹਿਰ ਰਾਹੀਂ ਉਹਨਾਂ ਨੇ ਗੱਲ ਕੀਤੀ ਔਰ ਪ੍ਰਦਰਸ਼ਨ ਕੀਤਾ ਅੰਗਰੇਜ਼ ਸਰਕਾਰ ਦੇ ਵਿਰੁੱਧ, ਔਰ ਇਸ ਲਹਿਰ ਦਾ ਨਾਮ ਸੀ ਪਗੜੀ ਸੰਭਾਲ ਜੱਟਾ। ਪਗੜੀ ਸੰਭਾਲ ਜੱਟਾ ਇਸ ਨਾਮ ਦਾ ਇੱਕ ਗੀਤ ਵੀ ਹੈ, ਤੁਹਾਨੂੰ YouTube ਤੇ ਜਾ ਕੇ ਤੋਂ ਮਿਲ ਜਾਵੇਗਾ, ਜੋ ਕਿ ਬਹੁਤ ਪ੍ਰਸਿੱਧ ਹੋਇਆ ਸੀ। ਭਗਤ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੇ ਨਾਟਕਾਂ ਜਾਂ ਫਿਲਮਾਂ ਵਿੱਚ ਵੀ ਇਸ ਗੀਤ ਦਾ ਪ੍ਰਯੋਗ ਕੀਤਾ ਗਿਆ। ਤਾਂ ਭਗਤ ਸਿੰਘ ਜੀ ਦੇ ਦੂਜੇ ਚਾਚਾ ਜੀ ਦਾ ਨਾਮ ਸਰਦਾਰ ਸਵਰਨ ਸਿੰਘ ਸੀ। ਸੋ ਇਹ ਦੋਵੇਂ ਹੀ ਚਾਚੇ ਇਹਨਾਂ ਦੇ ਦੇਸ਼ ਭਗਤੀ ਦੀ ਭਾਵਨਾ ਵਾਲੇ ਸਨ। ਸੋ ਇਸ ਪ੍ਰਕਾਰ ਆਓ ਆਪਾਂ ਹੁਣ ਭਗਤ ਸਿੰਘ ਦੇ ਥੋੜ੍ਹਾ ਜਿਹਾ ਬਚਪਨ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ, ਇਹ ਭਗਤ ਸਿੰਘ ਦੇ ਛੋਟੇ ਹੁੰਦਿਆਂ ਦੀ ਬਚਪਨ ਵੇਲੇ ਦੀ ਤਸਵੀਰ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਕਿ ਭਗਤ ਸਿੰਘ ਦਾ ਪਰਿਵਾਰ ਇਨਕਲਾਬੀ ਅਤੇ ਦੇਸ਼ ਭਗਤ ਪਰਿਵਾਰ ਸੀ ਅਤੇ ਬਚਪਨ ਤੋਂ ਹੀ ਇਹ ਦੇਸ਼ ਭਗਤੀ ਦੀ ਜਿਹੜੀ ਭਾਵਨਾ ਭਗਤ ਸਿੰਘ ਦੇ ਮਨ ਦੇ ਵਿੱਚ ਬੈਠ ਚੁੱਕੀ ਸੀਗੀ। ਔਰ ਜਦੋਂ ਉਹ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ, ਲਾਹੌਰ ਵਿਖੇ DAV ਹਾਈ ਸਕੂਲ ਵਿੱਚ ਉਹ ਪੜ੍ਹਦੇ ਸੀ, ਤਾਂ ਜਿਹੜਾ DAV ਹਾਈ ਸਕੂਲ ਲਾਹੌਰ ਵਿੱਚ ਸੀ, ਇਹ ਰਾਜਨੀਤਿਕ ਗਤੀਵਿਧੀਆਂ ਦਾ ਇੱਕ ਗੜ੍ਹ ਸੀ। ਮਤਲਬ ਉੱਥੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ, ਇਸ ਤਰ੍ਹਾਂ ਦੇ ਵਿਦਿਆਰਥੀ, ਇਸ ਤਰ੍ਹਾਂ ਦਾ ਮਾਹੌਲ ਸੀ ਕਿ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਸਾਰਾ ਦਿਨ ਆਪਣੇ ਦੇਸ਼ ਪ੍ਰਤੀ, ਆਪਣੀ ਦੇਸ਼ ਭਗਤੀ ਦੀ ਗੱਲਾਂ ਜਾਂ ਹੋਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਸਰਦਾਰ ਭਗਤ ਸਿੰਘ ਹੋਰੀ ਰੁੱਝੇ ਰਹਿੰਦੇ ਸੀ। ਇੱਥੋਂ ਹੀ ਉਹਨਾਂ ਦੇ ਮਨ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਜਦੋਂ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਘਟਦੀ ਹੈ, ਜਦੋਂ ਜਨਰਲ ਡਵਾਇਰ ਨਿਹੱਥੇ ਲੋਕਾਂ 'ਤੇ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਉਂਦਾ, ਉਹਨਾਂ ਨੂੰ ਭੁੰਨ ਦਿੰਦਾ, ਕਈ ਨਿਹੱਥੇ ਲੋਕਾਂ ਨੂੰ ਖੂਹ ਦੇ ਵਿੱਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਉਣੀ ਪੈਂਦੀ ਹੈ, ਤਾਂ ਉਦੋਂ ਭਗਤ ਸਿੰਘ ਮਹਿਜ਼ 12 ਸਾਲ ਦਾ ਸੀ ਔਰ ਉਸ ਵੇਲੇ ਇਸ ਘਟਨਾ ਨੇ ਉਹਦੇ ਮਨ ਦੇ ਉੱਤੇ ਬਹੁਤ ਹੀ ਗਹਿਰਾ ਅਸਰ ਪਾਇਆ ਔਰ ਉਹਨਾਂ ਨੇ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ ਲਈ ਆਪਣਾ ਮਨ ਆ ਜਿਹੜਾ ਹੋਰ ਕਰੜਾ ਕੀਤਾ ਔਰ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲੈਣ ਲਈ ਇਹਨਾਂ ਨੇ ਕਮਰ ਕੱਸੇ ਕਰ ਲਈ। ਸੋ ਤੁਸੀਂ ਸੋਚ ਸਕਦੇ ਹੋ ਬੇਟਾ, 12 ਸਾਲ ਦੀ ਉਮਰ ਵਿੱਚ ਹੀ ਜਲਿਆਂਵਾਲੇ ਬਾਗ ਦੀ ਘਟਨਾ ਦਾ ਇੱਕ ਛੋਟੇ ਜਿਹੇ ਬਾਲ ਮਨ 'ਤੇ ਕਿਹੋ ਜਿਹਾ ਅਸਰ ਹੋਇਆ। ਇਹ ਉਹ ਦਿਨ ਸਨ ਬਚਪਨ ਦੇ ਭਗਤ ਸਿੰਘ ਦੇ, ਜਿਨ੍ਹਾਂ ਨੇ ਭਵਿੱਖ ਦੇ ਵਿੱਚ ਇੱਕ ਬਹੁਤ ਵੱਡਾ ਸਾਡਾ ਇੱਕ ਇਨਕਲਾਬੀ ਯੋਧਾ ਪੈਦਾ ਕੀਤਾ। ਸੋ ਅਸੀਂ ਦੇਖਦੇ ਹਾਂ
ਕਿ ਭਗਤ ਸਿੰਘ ਦੀ ਜਿਹੜੀ ਇਹ ਦੇਸ਼ ਭਗਤੀ ਦੀ ਭਾਵਨਾ ਬਚਪਨ ਦੇ ਵਿੱਚ ਹੀ ਪੈਦਾ ਹੋ ਗਈ ਸੀ। ਇਸ ਦੇ ਨਾਲ ਹੀ ਇੱਕ ਦਮੂਖਾਂ ਬੀਜਣ ਵਾਲੀ ਘਟਨਾ ਵੀ ਭਗਤ ਸਿੰਘ ਬਾਰੇ ਸੁਣੀ ਜਾਂਦੀ ਹੈ। ਇੱਕ ਵਾਰੀ ਇਹ ਘਟਨਾ ਜਿਸ ਦੇ ਹਵਾਲੇ ਮਿਲਦੇ ਨੇ ਕਿ ਭਗਤ ਸਿੰਘ ਖੇਤ ਦੇ ਵਿੱਚ ਡੱਕੇ ਗੱਡੀ ਜਾ ਰਹੇ ਸਨ, ਤਾਂ ਕਿਸੇ ਨੇ ਪੁੱਛਿਆ ਤੁਸੀਂ ਇਹ ਡੱਕੇ ਕਿਉਂ ਗੱਡ ਰਹੇ ਹੋ? ਉਹ ਕਹਿੰਦਾ ਕਿ ਮੈਂ ਦਮੂਖਾਂ ਬੀਜ ਰਿਹਾ। ਦਮੂਖਾਂ ਤੋਂ ਭਾਵ ਬੰਦੂਕਾਂ, ਭਾਵ ਇਹ ਡੱਕੇ ਬੀਜ ਰਿਹਾ ਮੈਂ, ਅਤੇ ਵੱਡੇ ਹੋ ਕੇ ਬੰਦੂਕਾਂ ਬੰਨ੍ਹ ਗਏ ਅਤੇ ਉਹ ਬੰਦੂਕਾਂ ਨਾਲ ਅਸੀਂ ਆਪਣੀ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਾਂਗੇ ਔਰ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਸ਼ੁਰੂ ਕਰਾਂਗੇ। ਸੋ ਇਸ ਤਰ੍ਹਾਂ ਦੇ ਜਿਹੜੀ ਰੋਹ ਸੀਗਾ ਉਹਨਾਂ ਦੇ ਮਨ ਦੇ ਵਿੱਚ, ਇਸ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਉਹ ਬਚਪਨ ਦੇ ਵਿੱਚ ਹੀ ਪੈਦਾ ਹੋ ਗਈਆਂ ਸਨ। ਸੋ ਆਓ ਉਸ ਤੋਂ ਆਪਾਂ ਉਹਨਾਂ ਦੇ ਅਗਲੇਰੇ ਜੀਵਨ ਬਾਰੇ ਗੱਲਬਾਤ ਕਰਦੇ ਹਾਂ। ਇਸ ਤੋਂ ਬਾਅਦ ਲਾਹੌਰ ਵਿੱਚ ਹੀ ਨੈਸ਼ਨਲ ਕਾਲਜ ਦੇ ਵਿੱਚ ਉਹਨਾਂ ਨੇ FA ਤੱਕ ਦੀ ਵਿੱਦਿਆ ਪ੍ਰਾਪਤ ਕੀਤੀ। ਬੇਟਾ ਪੁਰਾਣੇ ਸਮਿਆਂ ਦੇ ਵਿੱਚ ਇਹ ਵਿੱਦਿਆ ਜਿਵੇਂ ਹੁਣ ਸਾਡੇ ਕੋਲ ਹੁਣ 12ਵੀਂ ਜਮਾਤ ਤੋਂ ਬਾਅਦ BA ਜਾਂ BSc ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਉਸ ਵੇਲੇ ਜਿਹੜੀ ਪੜ੍ਹਾਈ ਦਾ ਜਿਹੜਾ ਡਿਗਰੀਆਂ ਸੀ ਜਾਂ ਉਹਨਾਂ ਦੇ ਤਰੀਕਾ ਸੀ ਉਦੋਂ FA ਹੁੰਦੀ ਸੀ। ਸੋ ਇਹਨਾਂ ਨੇ ਨੈਸ਼ਨਲ ਕਾਲਜ ਲਾਹੌਰ ਤੋਂ FA ਕੀਤੀ ਔਰ ਇੱਥੇ ਨੈਸ਼ਨਲ ਕਾਲਜ ਦੇ ਵਿੱਚ ਆ ਕੇ ਉਹਨਾਂ ਦੀਆਂ ਜਿਹੜੀਆਂ ਦੇਸ਼ ਭਗਤੀ ਵਾਲੀਆਂ ਗਤੀਵਿਧੀਆਂ ਹੋਰ ਵੀ ਜ਼ਿਆਦਾ ਵੱਧ ਜਾਂਦੀਆਂ, ਕਿਉਂਕਿ ਇੱਕ ਇਹ ਜਵਾਨੀ ਦੀ ਉਮਰ ਸੀ, ਹੋਰ ਜ਼ਿਆਦਾ ਉਹ ਸੰਜੀਦਾ ਹੋ ਜਾਂਦੇ ਨੇ, ਹੋਰ ਜ਼ਿਆਦਾ ਸਮਝ ਪੱਕੀ ਹੋ ਜਾਂਦੀ ਹੈ। ਤਾਂ ਇਹ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਇਸ ਤਸਵੀਰ ਦੇ ਵਿੱਚ ਜਿਹੜੇ ਸਭ ਤੋਂ ਪਿਛਲੇ ਪਾਸੇ ਖੜ੍ਹੇ ਨੇ ਉਹਨਾਂ ਦੇ ਵਿੱਚੋਂ ਸੱਜੇ ਪਾਸਿਓਂ ਚੌਥੇ ਸਥਾਨ 'ਤੇ ਸਰਦਾਰ ਭਗਤ ਸਿੰਘ ਹੁਣੀ ਖੜ੍ਹੇ ਨੇ, ਜਿਨ੍ਹਾਂ ਦੇ ਪੱਗ ਬੰਨ੍ਹੀ ਹੋਈ ਹੈ। ਸੋ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਭਗਤ ਸਿੰਘ ਲਈ ਰਾਜਨੀਤਿਕ ਸਰਗਰਮੀਆਂ ਦਾ, ਗਤੀਵਿਧੀਆਂ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ ਸੀ ਔਰ ਇੱਥੇ ਉਹ ਕਈ ਤਰ੍ਹਾਂ ਦੇ ਇਨਕਲਾਬੀ ਨਾਟਕਾਂ ਦੇ ਵਿੱਚ ਵੀ ਭਾਗ ਲਿਆ ਤਾਂ ਕਿ ਆਪਣੇ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਨੂੰ ਜਾਗਰੂਕ ਕਰ ਸਕਣ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸਾਰੇ ਰਲ ਕੇ ਹਿੱਸਾ ਪਾ ਸਕਣ। ਤਾਂ ਭਗਤ ਸਿੰਘ ਬਾਰੇ ਕੁਝ ਕੁ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਸਮਝਣ ਵਾਲੀਆਂ। ਸਭ ਤੋਂ ਪਹਿਲੀ ਗੱਲ ਤਾਂ ਕਿ ਉਹ ਇਕੱਲੇ ਇੱਕ ਯੋਧੇ ਹੀ ਨਹੀਂ ਸਨ, ਉਹ ਇੱਕ ਸੂਝਵਾਨ ਅਤੇ ਬੁੱਧੀਜੀਵੀ ਇਨਸਾਨ ਵੀ ਸਨ। ਮਤਲਬ ਭਗਤ ਸਿੰਘ ਵਿਚਾਰਧਾਰਕ ਤੌਰ 'ਤੇ ਪੜ੍ਹਿਆ ਲਿਖਿਆ ਵਾਂਗੂ ਵਿਦਵਾਨ ਸੀ। ਇੱਕ ਉਹ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਸੀ ਔਰ ਬਹੁਤ ਸੂਝਵਾਨ ਇੱਕ ਇਨਸਾਨ ਸੀ। ਅਸੀਂ ਭਗਤ ਸਿੰਘ ਬਾਰੇ ਬਹੁਤ ਸਾਰੀਆਂ ਪਿਛਲੇ ਕੁਝ ਸਾਲਾਂ 'ਚ ਫੋਟੋ ਦੇਖੀਆਂ ਕਿ ਭਗਤ ਸਿੰਘ ਦੇ ਹੱਥ ਵਿੱਚ ਇੱਕ ਪਾਸੇ ਪਿਸਤੌਲ ਹੁੰਦੀ ਹੈ। ਉਹ ਫੋਟੋ ਜਾਂ ਟਰਾਲੀ 'ਤੇ ਜਾਂ ਕਈ ਪੋਸਟਰ ਦੇਖੇ ਅਤੇ ਉਸ ਦੇ ਨਾਲ ਇੱਕ ਲਾਈਨ ਲਿਖੀ ਹੁੰਦੀ ਸੀ, ਖੰਘੇ ਸੀ ਤਾਂ ਟੰਗੇ ਸੀ। ਤਾਂ ਬੇਟਾ ਇਹ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀਆਂ ਸਤਰਾਂ ਨੇ ਇਹ ਸਹੀ ਤਸਵੀਰ ਨਹੀਂ ਪੇਸ਼ ਕਰ ਰਹੀਆਂ ਭਗਤ ਸਿੰਘ ਦੀ। ਇਸ ਤਸਵੀਰ ਜਾਂ ਇਸ ਪੋਸਟਰ ਰਾਹੀਂ ਭਗਤ ਸਿੰਘ ਨੂੰ ਸਿਰਫ ਇੱਕ ਬਹੁਤ ਅਜੀਬ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਇਮੇਜ ਬਣਦੀ ਹੈ। ਅਸਲ ਵਿੱਚ ਭਗਤ ਸਿੰਘ ਇੱਕ ਅਜਿਹਾ ਗੁਣੀ ਗਿਆਨੀ, ਬੁੱਧੀਜੀਵੀ ਅਤੇ ਸੂਝਵਾਨ ਇਨਸਾਨ ਸੀ ਜਿਹਨੂੰ ਪਤਾ ਸੀਗਾ ਕਿ ਹਥਿਆਰ ਕਦੋਂ ਚਲਾਉਣਾ ਔਰ ਲੜਾਈ ਕਿਵੇਂ ਲੜਨੀ ਹੈ। ਔਰ ਬਚਪਨ ਤੋਂ ਹੀ ਉਹ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਤੋਂ ਪ੍ਰਭਾਵਿਤ ਸੀ। ਸ਼ਹੀਦ ਕਰਤਾਰ ਸਿੰਘ ਸਰਾਭਾ ਬਹੁਤ ਛੋਟੀ ਜਿਹੀ ਉਮਰ ਵਿੱਚ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਜਿਹੜੀ ਵਾਰ ਦਿੱਤੀ ਸੀ, ਤਾਂ ਉਹਨਾਂ ਦੇ ਰੋਲ ਮਾਡਲ ਸੀ। ਹਮੇਸ਼ਾ ਕਰਤਾਰ ਸਿੰਘ ਸਰਾਭਾ ਜੀ ਦੀ ਫੋਟੋ ਭਗਤ ਸਿੰਘ ਜੀ ਆਪਣੀ ਜੇਬ ਦੇ ਵਿੱਚ ਰੱਖਦੇ ਸਨ। ਤਾਂ ਉਹਨਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਜਦੋਂ ਕਰਦੇ ਸਨ ਤਾਂ ਉਹਨਾਂ ਦੇ ਕਈ ਸਾਰੇ ਲੇਖ, ਆਰਟੀਕਲ ਜਿਹੜੇ ਅੰਗਰੇਜ਼ ਹਕੂਮਤ ਦੇ ਵਿਰੁੱਧ ਸੀ ਔਰ ਭਾਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਨ ਕਿ ਅਸੀਂ ਇਸ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨੀ ਹੈ। ਤਾਂ ਉਹਨਾਂ ਦੇ ਕਈ ਸਾਰੇ ਲੇਖ ਨੇ ਜਿਹੜੇ ਅਖਬਾਰਾਂ, ਰਸਾਲਿਆਂ ਦੇ ਵਿੱਚ ਛਪਦੇ ਸੀ ਔਰ ਖੁਦ ਉਹ ਅਖਬਾਰ ਜਾਂ ਰਸਾਲੇ ਛਾਪਦੇ ਵੀ ਸੀ, ਸੰਪਾਦਕ ਵੀ ਸਨ। ਜਿਨ੍ਹਾਂ ਵਿੱਚੋਂ ਪ੍ਰਮੁੱਖ ਜਿਹੜੇ ਰਸਾਲੇ ਜਾਂ ਅਖਬਾਰ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ: ਕਿਰਤੀ, ਵੀਰ ਅਰਜਨ, ਪ੍ਰਤਾਪ। ਤਾਂ ਜਿਹੜਾ ਪ੍ਰਤਾਪ ਆ, ਜਿਹੜਾ ਇਹ ਰਸਾਲਾ, ਇਹ ਕਾਨਪੁਰ ਵਿਖੇ ਨਿਕਲਦਾ ਸੀ ਅਤੇ 1924 ਈਸਵੀ ਵਿੱਚ ਭਗਤ ਸਿੰਘ ਨੇ ਕਾਨਪੁਰ ਵਿਖੇ ਇਸ ਪ੍ਰਤਾਪ ਰਸਾਲੇ ਦੇ ਵਿੱਚ ਵੀ ਆਪਣੇ ਲੇਖ ਛਾਪੇ ਔਰ ਉੱਥੇ ਕਾਨਪੁਰ ਜਾ ਕੇ ਉਹਨਾਂ ਦੀਆਂ ਦੇਸ਼ ਭਗਤੀ ਦੀਆਂ ਜਿਹੜੀਆਂ ਗਤੀਵਿਧੀਆਂ ਹੋਰ ਵੀ ਜ਼ਿਆਦਾ ਵੱਧ ਜਾਂਦੀਆਂ ਨੇ। ਇਸ ਤੋਂ ਬਾਅਦ ਉੱਥੇ ਕਾਨਪੁਰ ਵਿੱਚ ਹੀ ਉਹਨਾਂ ਦੀ ਚੰਦਰ ਸ਼ੇਖਰ ਆਜ਼ਾਦ ਨਾਲ ਮੁਲਾਕਾਤ ਹੁੰਦੀ ਹੈ, ਜਿਹੜਾ ਕਿ ਬਹੁਤ ਵੱਡਾ ਦੇਸ਼ ਭਗਤ ਸੀ, ਕ੍ਰਾਂਤੀਕਾਰੀ ਸੀ। ਅਤੇ ਹੋਰ ਗਰਮ ਖਿਆਲੀ ਜਥੇਬੰਦੀਆਂ ਜਿਵੇਂ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ, ਹਿੰਦੁਸਤਾਨ ਰਿਪਬਲਿਕਨ ਆਰਮੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨੌਜਵਾਨ ਭਾਰਤ ਸਭਾ, ਸਾਰੀਆਂ ਜਿਹੜੀਆਂ ਇਹ ਜਥੇਬੰਦੀਆਂ ਸੀ, ਇਹਨਾਂ ਦਾ ਆਗੂ ਸੀ ਭਗਤ ਸਿੰਘ। ਇਹ ਸਾਰੀਆਂ ਜਥੇਬੰਦੀਆਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੀਆਂ ਸਨ। ਸੋ 1928 ਈਸਵੀ ਵਿੱਚ ਇੱਕ ਸਾਈਮਨ ਕਮਿਸ਼ਨ ਭਾਰਤ ਵਿੱਚ ਆਇਆ ਸੀ, ਜਿਸ ਦੀ ਅਗਵਾਈ ਲਾਲਾ ਲਾਜਪਤ ਰਾਏ ਜੀ ਕਰ ਰਹੇ ਸਨ। ਉਸ ਕਮਿਸ਼ਨ ਦਾ ਸਾਡੇ ਭਾਰਤ ਵਾਸੀਆਂ ਨੇ ਵਿਰੋਧ ਕੀਤਾ, ਜਲੂਸ ਕੱਢ ਕੇ। ਤਾਂ ਅੰਗਰੇਜ਼ ਸਰਕਾਰ ਨੇ
ਜਿਹੜਾ ਉਸ ਜਲੂਸ 'ਤੇ ਕੱਢਣ ਵਾਲੇ ਸਾਰੇ ਲੋਕਾਂ 'ਤੇ ਲਾਠੀ ਚਾਰਜ ਕਰ ਦਿੱਤਾ ਸੀ। ਇਸ ਲਾਠੀ ਚਾਰਜ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਦੀ ਮੌਤ ਹੋ ਜਾਂਦੀ ਹੈ ਔਰ ਭਗਤ ਸਿੰਘ ਜੀ ਇਸ ਮੌਤ ਦਾ ਬਦਲਾ ਲੈਣਾ ਚਾਹੁੰਦੇ ਆ ਔਰ ਉਹ ਉਸੇ ਵੇਲੇ ਪ੍ਰਣ ਕਰਦੇ ਆ ਕਿ ਉਹ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਉਹ ਬਦਲਾ ਲੈਣਗੇ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਬਦਲਾ ਜਿਹੜਾ ਉਹਨਾਂ ਨੇ ਅੰਗਰੇਜ਼ ਅਫਸਰ ਜੌਨ ਪੀ ਸਾਂਡਰਸ ਦਾ ਕਤਲ ਕਰਕੇ ਲਿਆ। ਭਗਤ ਸਿੰਘ ਨੇ ਜਿਹੜਾ ਬਦਲਾ ਲਿਆ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ, ਉਹ ਜਿਹੜੇ ਅਫਸਰ ਨੂੰ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ ਉਸ ਦਾ ਨਾਂ ਸੀ ਜੌਨ ਪੀ ਸਾਂਡਰਸ। ਭਗਤ ਸਿੰਘ ਦੇ ਨਾਲ ਇਸ ਵੇਲੇ ਸ਼ਿਵਰਾਮ ਰਾਜਗੁਰੂ, ਸੁਖਦੇਵ ਥਾਪਰ, ਚੰਦਰ ਸ਼ੇਖਰ ਆਜ਼ਾਦ ਇਹ ਉਹਦੇ ਨਾਲ ਸਾਥੀ ਸਨ ਜਿਨ੍ਹਾਂ ਨੇ ਰਲ ਕੇ ਅੰਗਰੇਜ਼ ਅਫਸਰ ਜੌਨ ਪੀ ਸਾਂਡਰਸ ਦਾ ਕਤਲ ਕੀਤਾ। ਅਸਲ ਵਿੱਚ ਬੇਟਾ ਇੱਥੇ ਵੀ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹੀਏ ਕਿ ਅਸਲ ਵਿੱਚ ਇਹ ਮਿਸਟਰ ਸਕਾਟ ਸੀਗੇ ਜਿਨ੍ਹਾਂ ਨੇ ਲਾਠੀ ਚਾਰਜ ਕਰਵਾਇਆ ਸੀ, ਪਰੰਤੂ ਗਲਤੀ ਨਾਲ ਜੌਨ ਪੀ ਸਾਂਡਰਸ ਮਾਰਿਆ ਗਿਆ। ਤਾਂ ਇਸ ਤੋਂ ਬਾਅਦ ਭਗਤ ਸਿੰਘ ਨੇ ਅੰਗਰੇਜ਼ ਸਰਕਾਰ ਵਿਰੁੱਧ ਆਪਦੀ ਆਵਾਜ਼ ਬੁਲੰਦ ਕਰਨ ਲਈ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਖੱਬੇ ਪਾਸੇ ਭਗਤ ਸਿੰਘ ਹੋਰੀ ਬੰਬ ਸੁੱਟ ਰਹੇ ਨੇ, ਦੂਜੇ ਪਾਸੇ ਅਸੈਂਬਲੀ ਆ। ਇਹ ਬੰਬ 8 ਅਪ੍ਰੈਲ 1929 ਈਸਵੀ ਨੂੰ ਸੁੱਟਿਆ ਗਿਆ। ਇਹ ਬੰਬ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਇਆ, ਸਿਰਫ ਧੂੰਆਂ ਹੀ ਹੋਇਆ ਸੀਗਾ ਔਰ ਭਗਤ ਸਿੰਘ ਹੋਰੀ ਚਾਹੁੰਦੇ ਸੀ ਕਿ ਅਸੀਂ ਸਿਰਫ ਅੰਗਰੇਜ਼ ਸਰਕਾਰ ਦੇ ਕੰਨ ਖੋਲ੍ਹਣਾ ਚਾਹੁੰਦੇ ਹਾਂ। ਉਹਨਾਂ ਦੀ ਕੋਈ ਇਹੋ ਜਿਹੀ ਭਾਵਨਾ ਨਹੀਂ ਸੀ ਕਿ ਕਿਸੇ ਦੀ ਜਾਨੀ ਨੁਕਸਾਨ ਹੋਵੇ, ਕਿਸੇ ਦੀ ਮੌਤ ਹੋ ਜਾਵੇ। ਇਸ ਕਰਕੇ ਉਹਨਾਂ ਨੇ ਇੱਕ ਨਕਲੀ ਬੰਬ, ਧੂਏ ਵਾਲਾ ਬੰਬ ਸੁੱਟਿਆ ਤਾਂ ਕਿ ਅੰਗਰੇਜ਼ ਸਰਕਾਰ ਨੂੰ ਕੰਨ ਕਰ ਦਿੱਤੇ ਜਾਣ, ਉਹ ਇਸ ਬਾਰੇ ਸੁਚੇਤ ਹੋ ਜਾਵੇ ਕਿ ਜਿਹੜੇ ਹਿੰਦੁਸਤਾਨੀਆਂ ਨਾਲ ਧੱਕਾ ਕਰ ਰਹੇ ਹੋ ਉਹ ਗਲਤ ਹੈ। ਇਹ ਸੁਚੇਤ ਕਰਨ ਲਈ ਉਹਨਾਂ ਨੇ ਅਸੈਂਬਲੀ ਹਾਲ ਦੇ ਵਿੱਚ ਬੰਬ ਸੁੱਟਿਆ। ਤਾਂ ਇਸ ਤੋਂ ਬਾਅਦ ਬੇਟਾ ਇੱਕ ਹੋਰ ਤਸਵੀਰ ਜਿਹੜੀ ਮੈਂ ਤੁਹਾਡੇ ਨਾਲ ਭਗਤ ਸਿੰਘ ਦੀ ਸਾਂਝੀ ਕਰਨ ਜਾ ਰਿਹਾ। ਤੁਸੀਂ ਪਹਿਲੀ ਤਸਵੀਰ ਦੇ ਵਿੱਚ ਦੇਖਿਆ ਹੋਣਾ ਕਿ ਭਗਤ ਸਿੰਘ ਹੋਰੀ ਉਹਨਾਂ ਦੇ ਸਿਰ 'ਤੇ ਟੋਪੀ ਆ। ਇਹ ਤਸਵੀਰ ਅਸੀਂ ਤੁਹਾਨੂੰ ਪਹਿਲਾਂ ਨਹੀਂ ਦਿਖਾਈ ਸੀ। ਪਹਿਲਾਂ ਤਸਵੀਰ ਪੱਗ ਬੰਨ੍ਹੀ ਵਾਲੀ ਸੀ। ਇਹ ਟੋਪੀ ਵਾਲੀ ਤਸਵੀਰ ਵੀ ਭਗਤ ਸਿੰਘ ਦੀ ਪ੍ਰਚਲਿਤ ਆ। ਭਗਤ ਸਿੰਘ ਨੇ ਜਦੋਂ ਲਾਹੌਰ ਵਿਖੇ ਸਾਂਡਰਸ ਦਾ ਕਤਲ ਕੀਤਾ ਤਾਂ ਉਹ ਕਾਨਪੁਰ ਨੂੰ ਰਵਾਨਾ ਹੁੰਦੇ ਨੇ ਤਾਂ ਉਦੋਂ ਉਹਨਾਂ ਨੇ ਆਪਣਾ ਭੇਸ ਬਦਲ ਲਿਆ ਸੀਗਾ। ਲੁਕ ਛਿਪ ਕੇ ਉਹ ਕਾਨਪੁਰ ਪਹੁੰਚੇ, ਆਪਣੇ ਵਾਲ ਕਟਵਾ ਦਿੱਤੇ ਸੀ। ਤਾਂ ਉਸ ਤੋਂ ਬਾਅਦ ਜਿਹੜੇ ਦੂਜਾ ਭੇਸ ਆ ਭਗਤ ਸਿੰਘ ਦਾ, ਇਸ ਟੋਪੀ ਵਾਲਾ ਅਸੀਂ ਦੇਖਦੇ ਹਾਂ। ਸੋ ਇਸ ਤੋਂ ਬਾਅਦ ਭਗਤ ਸਿੰਘ ਨੂੰ ਜਦੋਂ ਬਹੁਤ ਸਾਰੇ ਕੇਸਾਂ ਦੇ ਵਿੱਚ ਅੰਗਰੇਜ਼ ਸਰਕਾਰ ਨੇ ਜਿਹੜਾ ਉਹਨਾਂ ਨੂੰ ਫਸਾ ਦਿੱਤਾ, ਸਾਂਡਰਸ ਦੇ ਕਤਲ ਦੇ ਕੇਸ ਵਿੱਚ ਔਰ ਹੋਰ ਇਨਕਲਾਬੀ ਗਤੀਵਿਧੀਆਂ ਕਰਕੇ ਉਹਨਾਂ ਨੂੰ ਪਾਕਿਸਤਾਨ ਦੀ ਮੀਆਂ ਵਾਲੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ ਔਰ ਜੇਲ੍ਹ ਦੇ ਵਿੱਚ ਹਮੇਸ਼ਾ ਭਗਤ ਸਿੰਘ ਜੀ ਕਿਤਾਬਾਂ ਪੜ੍ਹਦੇ ਰਹਿੰਦੇ ਸਨ ਔਰ ਜਿਸ ਦਿਨ ਉਹਨਾਂ ਨੂੰ ਫਾਂਸੀ ਹੋਣੀ ਸੀ ਉਸ ਦਿਨ ਉਹਨਾਂ ਨੇ ਉਹ ਕਿਤਾਬ ਦਾ ਪੰਨਾ ਮੋੜ ਕੇ ਕਿਤਾਬ ਬੰਦ ਕਰ ਦਿੱਤੀ। ਬਈ ਜਿੱਥੋਂ ਕਿਤਾਬ ਪੜ੍ਹ ਰਹੇ ਸੀ, ਜਿੰਨੇ ਪੰਨੇ ਪੜ੍ਹ ਲਏ, ਉਹ ਆਖਰੀ ਪੰਨਾ ਮੋੜ ਦਿੱਤਾ ਤਾਂ ਕਿ ਭਵਿੱਖ ਵਿੱਚ ਆਉਣ ਵਾਲਾ ਬੰਦਾ ਇਸ ਕਿਤਾਬ ਨੂੰ ਅੱਗੇ ਜਾ ਕੇ ਹੋਰ ਪੜ੍ਹਨਾ ਸ਼ੁਰੂ ਕਰੇ। ਇਹ ਜਿੱਥੇ ਪੰਨਾ ਮੋੜਿਆ ਉਹ ਪੰਨਾ ਖੋਲ੍ਹ ਕੇ ਅੱਗੇ ਸ਼ੁਰੂ ਕਰੇ। ਤਾਂ ਇਸ ਦਾ ਇੱਕ ਬੇਟਾ ਮਤਲਬ ਇਹ ਸੀ ਕਿ ਜਿਹੜੀ ਮੈਂ ਆਜ਼ਾਦੀ ਦੀ ਲੜਾਈ ਲਈ ਕ੍ਰਾਂਤੀਕਾਰੀ ਬਣਿਆ ਜਾਂ ਕ੍ਰਾਂਤੀ ਵਾਲੇ ਰਾਹ 'ਤੇ ਤੁਰਿਆ, ਉਸ ਰਾਹ ਨੂੰ ਰੁਕਣਾ ਨਹੀਂ ਚਾਹੀਦਾ। ਆਉਣ ਵਾਲੀਆਂ ਪੀੜ੍ਹੀਆਂ ਉਹ ਜਿਹੜੀ ਲੜਾਈ ਆ ਅੱਗੇ ਜਾਰੀ ਰੱਖਣ। ਸੋ ਕਿਤਾਬ ਦੇ ਪੰਨਾ ਮੋੜਨ ਦਾ ਮਤਲਬ ਇਹ ਸੀ ਕਿ ਕੋਈ ਹੋਰ ਆਵੇਗਾ ਜੇਲ੍ਹ ਦੇ ਵਿੱਚ ਕ੍ਰਾਂਤੀਕਾਰੀ ਤਾਂ ਅੱਗੋਂ ਹੋਰ ਇਸ ਲੜਾਈ ਨੂੰ ਜਾਰੀ ਰੱਖਣਗੇ। ਤਾਂ ਇੱਥੇ ਹੀ ਬਹਿ ਕੇ ਉਹਨਾਂ ਨੇ ਆਪਣਾ ਪ੍ਰਸਿੱਧ ਲੇਖ ਮੈਂ ਨਾਸਤਕ ਕਿਉਂ ਹਾਂ ਲਿਖਿਆ। ਇੱਕ ਬਹੁਤ ਹੀ ਪ੍ਰਸਿੱਧ ਲੇਖ ਸੀ ਜਿਹੜਾ ਭਗਤ ਸਿੰਘ ਨੇ ਲਿਖਿਆ ਔਰ ਬਹੁਤ ਥਾਵਾਂ 'ਤੇ ਇਹ ਲੇਖ ਛਪਿਆ। ਤਾਂ ਇਸ ਤਰ੍ਹਾਂ ਭਗਤ ਸਿੰਘ ਨੂੰ 23 ਮਾਰਚ 1931 ਈਸਵੀ ਨੂੰ ਉਸਦੇ ਦੋ ਹੋਰ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਸਮੇਤ ਫਿਰੋਜ਼ਪੁਰ ਵਿਖੇ ਹੁਸੈਨੀਵਾਲਾ ਬਾਰਡਰ 'ਤੇ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਔਰ ਇਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਚੋਰੀ ਹੁਸੈਨੀਵਾਲਾ ਬਾਰਡਰ 'ਤੇ ਜਿਹੜੀ ਅੰਗਰੇਜ਼ ਹਕੂਮਤ ਨੇ ਸਾੜ ਦਿੱਤੀਆਂ ਤਾਂ ਕਿ ਲੋਕ ਵਿਦਰੋਹ ਨਾ ਕਰ ਦੇਣ। ਲੋਕਾਂ ਤੋਂ ਡਰਦੀ ਹੋਈ ਅੰਗਰੇਜ਼ ਹਕੂਮਤ ਨੇ ਇਹਨਾਂ ਨੂੰ ਜਿਹੜੀ ਫਾਂਸੀ ਹੈ 23 ਮਾਰਚ 1931 ਨੂੰ ਦੇ ਦਿੱਤੀ ਸੀ ਔਰ ਇਹਨਾਂ ਦੀਆਂ ਲਾਸ਼ਾਂ ਨੂੰ, ਅੱਧ ਸੜੀਆਂ ਲਾਸ਼ਾਂ ਨੂੰ ਦਰਿਆ ਦੇ ਵਿੱਚ, ਸਤਲੁਜ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਸੀਗਾ। ਤਾਂ ਫਿਰੋਜ਼ਪੁਰ ਵਿਖੇ ਹੀ ਇਹਨਾਂ ਦੀ ਯਾਦ ਦੇ ਵਿੱਚ ਇੱਕ ਸਮਾਧੀ ਬਣੀ ਹੋਈ ਆ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਸਿੰਘ, ਸ਼ਹੀਦ ਰਾਜਗੁਰੂ, ਇਹਨਾਂ ਸਾਰੇ ਸਾਥੀਆਂ ਦੀਆਂ ਤਸਵੀਰਾਂ ਨੇ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਹੁਸੈਨੀਵਾਲਾ ਬਾਰਡਰ 'ਤੇ। ਤਾਂ ਹਰ ਸਾਲ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਯਾਦ ਵਿੱਚ 23 ਮਾਰਚ ਉਹਨਾਂ ਦੀ ਸ਼ਹੀਦੀ ਦਿਵਸ 'ਤੇ ਅਤੇ 28 ਸਤੰਬਰ ਉਹਨਾਂ ਦੇ ਜਨਮ ਦਿਵਸ 'ਤੇ ਇਨਕਲਾਬੀ ਪ੍ਰੋਗਰਾਮ ਅਤੇ ਨਾਟਕ ਮੇਲੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਕੀਤੇ ਜਾਂਦੇ ਹਨ। ਬਹੁਤ ਥਾਵਾਂ 'ਤੇ ਪ੍ਰੋਗਰਾਮ ਇਨਕਲਾਬੀ ਕੀਤੇ ਜਾਂਦੇ ਨੇ, ਉਹਨਾਂ ਦੀ ਯਾਦ ਵਿੱਚ ਲੋਕ ਦਿਨ ਜਿਹੜਾ ਮਨਾਉਂਦੇ ਨੇ। ਤਾਂ ਭਗਤ ਸਿੰਘ ਦੀ ਜ਼ਿੰਦਗੀ ਨਾਲ ਸੰਬੰਧਿਤ ਕੁਝ ਪ੍ਰਸਿੱਧ ਫਿਲਮਾਂ ਵੀ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ, ਉਹਨਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਸ਼ਹੀਦ ਆਜ਼ਮ ਭਗਤ ਸਿੰਘ, ਸ਼ਹੀਦ ਭਗਤ ਸਿੰਘ, ਅਮਰ ਸ਼ਹੀਦ ਭਗਤ ਸਿੰਘ, ਸ਼ਹੀਦ ਆਜ਼ਮ,
23 ਮਾਰਚ 1931 ਸ਼ਹੀਦ ਦਾ ਲੀਜੈਂਡ ਆਫ ਭਗਤ ਸਿੰਘ ਰੰਗ ਦੇ ਬਸੰਤੀ। ਇਸੇ ਪ੍ਰਕਾਰ ਹੀ ਕੁਝ ਨਾਟਕ ਵੀ ਨੇ ਜਿਹੜੇ ਭਗਤ ਸਿੰਘ ਦੀ ਜ਼ਿੰਦਗੀ 'ਤੇ ਲਿਖੇ ਗਏ। ਭਗਤ ਸਿੰਘ ਸ਼ਹੀਦ ਨਾਟਕ ਤਿੱਕੜੀ, ਸ਼ਹੀਦ ਭਗਤ ਸਿੰਘ, ਕੁਕਨਸ ਭਗਤ ਸਿੰਘ, ਜ਼ਖਮੀ ਖੰਭਾਂ ਦੀ ਪ੍ਰਵਾਜ਼, ਮੈਂ ਨਾਸਤਕ ਕਿਉਂ ਹਾਂ, ਇਨਕਲਾਬ ਜ਼ਿੰਦਾਬਾਦ, ਛਿਪਣ ਤੋਂ ਪਹਿਲਾਂ, ਮੈਂ ਫਿਰ ਆਵਾਂਗਾ, ਮੈਂ ਭਗਤ ਸਿੰਘ, ਮੇਰਾ ਰੰਗ ਦੇ ਬਸੰਤੀ ਚੋਲਾ, ਭਗਤ ਸਿੰਘ ਦੀ ਵਾਪਸੀ, ਅਸੀਂ ਸਾਰੇ ਭਗਤ ਸਿੰਘ, ਭਗਤ ਸਿੰਘ ਦੀ ਵਾਪਸੀ, ਮਸੀਹਾ ਸੂਲੀ 'ਤੇ ਮੁਸਕਰਾਇਆ, ਬੁੱਤ ਜਾਗ ਪਿਆ, ਸ਼ਹੀਦੇ ਆਜ਼ਮ, ਇਨਕਲਾਬੀ ਪੁੱਤਰ, ਗਗਨ ਦਮਾਮਾ ਬਾਜੂ। ਤਾਂ ਇਹ ਸਾਰੇ ਨਾਟਕ ਸਨ ਜੋ ਭਗਤ ਸਿੰਘ ਦੀ ਜ਼ਿੰਦਗੀ 'ਤੇ ਲਿਖੇ ਗਏ ਨੇ। ਬਹੁਤ ਖੂਬਸੂਰਤ ਨਾਟਕ ਨੇ, ਬਹੁਤ ਖੂਬਸੂਰਤ ਫਿਲਮਾਂ ਨੇ। ਤੁਸੀਂ ਇਹਨਾਂ ਨੂੰ ਦੇਖ ਕੇ ਹੋਰ ਵੀ ਉਹਨਾਂ ਦੀ ਜ਼ਿੰਦਗੀ ਬਾਰੇ ਜਾਣ ਸਕਦੇ ਹੋ। ਤਾਂ ਇਹ ਕੁਝ ਤਸਵੀਰਾਂ ਨੇ ਜਿਹੜੇ ਪੰਜਾਬ ਦੇ ਵੱਖ-ਵੱਖ ਨਾਟਕ ਮੇਲੇ ਹੁੰਦੇ ਨੇ ਜਾਂ ਇਨਕਲਾਬੀ ਪ੍ਰੋਗਰਾਮ ਹੁੰਦੇ ਨੇ, ਉਹਨਾਂ ਦੇ ਵਿੱਚ ਨਾਟਕ ਪੇਸ਼ ਕੀਤੇ ਜਾਂਦੇ ਨੇ। ਤਾਂ ਮੈਂ ਤੁਹਾਡੇ ਸਾਹਮਣੇ ਕੁਝ ਤਸਵੀਰਾਂ ਜਿਹੜੀਆਂ ਨਾਟਕ ਦੀਆਂ ਸਾਂਝੀਆਂ ਕਰਨ ਜਾ ਰਿਹਾ। ਉਮੀਦ ਹੈ ਤੁਹਾਨੂੰ ਸਾਰੀ ਜ਼ਿੰਦਗੀ ਇਹ ਗੱਲਾਂ ਯਾਦ ਰਹਿਣਗੀਆਂ ਜੋ ਅੱਜ ਸ਼ਹੀਦ ਭਗਤ ਸਿੰਘ ਬਾਰੇ ਅਸੀਂ ਆਪਣੇ ਇਸ ਲੇਖ ਵਿੱਚ ਕੀਤੀਆਂ। ਤਾਂ ਹੁਣ ਪਿਆਰੇ ਵਿਦਿਆਰਥੀਓ, ਆਪਾਂ ਆਪਣੇ ਪਾਠਕ੍ਰਮ ਵਿੱਚ ਜਿਹੜਾ ਸ਼ਾਮਿਲ ਲੇਖ ਹੈ ਉਸ ਨੂੰ ਪੜ੍ਹ ਕੇ ਇੱਕ ਵਾਰ ਫੇਰ ਸਾਰੇ ਪਾਠ ਦੀ ਦੁਹਰਾਈ ਕਰਦੇ ਹਾਂ। ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਰਦਾਰ ਭਗਤ ਸਿੰਘ ਦੀ ਮਹੱਤਵਪੂਰਨ ਭੂਮਿਕਾ ਹੈ। ਭਾਰਤ ਦੀ ਆਜ਼ਾਦੀ ਲਈ ਉੱਠੀ ਲਹਿਰ ਵਿੱਚ ਭਗਤ ਸਿੰਘ ਨੇ ਵਿਸ਼ੇਸ਼ ਭਾਗ ਲਿਆ। ਉਸ ਨੇ ਦੇਸ਼ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਆਜ਼ਾਦੀ ਦਾ ਅਜਿਹਾ ਵਲਵਲਾ ਪੈਦਾ ਕੀਤਾ ਜਿਸ ਨਾਲ ਦੇਸ਼ ਦੀ ਆਜ਼ਾਦੀ ਨੂੰ ਲੰਮੇ ਸਮੇਂ ਲਈ ਟਾਲਿਆ ਨਾ ਜਾ ਸਕਿਆ। ਉਹ ਬਹਾਦਰ, ਨਿਡਰ ਤੇ ਕ੍ਰਾਂਤੀਕਾਰੀ ਸੁਭਾਅ ਦੇ ਵਿਅਕਤੀ ਸਨ। ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ, ਚੱਕ ਨੰਬਰ 105 ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਆਪ ਦੇ ਪਿਤਾ ਵੀ ਇੱਕ ਇਨਕਲਾਬੀ ਨੇਤਾ ਸਨ। ਆਪ ਦੇ ਚਾਚਾ ਸਰਦਾਰ ਅਜੀਤ ਸਿੰਘ ਇੱਕ ਉੱਘੇ ਦੇਸ਼ ਭਗਤ ਸਨ ਜਿਨ੍ਹਾਂ ਨੇ ਪਗੜੀ ਸੰਭਾਲ ਜੱਟਾਂ ਦੀ ਲਹਿਰ ਚਲਾਈ। ਆਪ ਦਾ ਪਰਿਵਾਰ ਇੱਕ ਇਨਕਲਾਬੀ ਅਤੇ ਦੇਸ਼ ਭਗਤਾਂ ਦਾ ਪਰਿਵਾਰ ਸੀ। ਆਪ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਹੀ ਆਪ ਦੇ ਚਾਚਾ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਸਨ। ਇਸ ਲਈ ਆਪ ਨੂੰ ਭਾਗਾਂ ਵਾਲਾ ਕਿਹਾ ਜਾਣ ਲੱਗਿਆ। ਹੌਲੀ ਹੌਲੀ ਆਪ ਦਾ ਨਾਂ ਭਗਤ ਸਿੰਘ ਹੋ ਗਿਆ। ਸਰਦਾਰ ਭਗਤ ਸਿੰਘ ਨੇ ਮੁੱਢਲੀ ਵਿੱਦਿਆ ਆਪਣੇ ਪਿੰਡ ਤੋਂ ਆਪਣੇ ਦਾਦਾ ਸਰਦਾਰ ਅਰਜਨ ਸਿੰਘ ਕੋਲ ਰਹਿ ਕੇ ਪ੍ਰਾਪਤ ਕੀਤੀ। ਆਪ ਨੇ ਨੈਸ਼ਨਲ ਕਾਲਜ ਲਾਹੌਰ ਤੋਂ ਐਫਏ ਪਾਸ ਕੀਤੀ। ਉਸ ਸਮੇਂ ਦੇਸ਼ ਵਿੱਚ ਇਨਕਲਾਬੀ ਲਹਿਰ ਜ਼ੋਰਾਂ 'ਤੇ ਸੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਆਪ ਦੇ ਮਨ 'ਤੇ ਬਹੁਤ ਡੂੰਘਾ ਅਸਰ ਪਿਆ। 1920 ਈਸਵੀ ਵਿੱਚ ਮਹਾਤਮਾ ਗਾਂਧੀ ਵੱਲੋਂ ਚਲਾਈ ਨਾ ਮਿਲਵਰਤਨ ਲਹਿਰ ਸਮੇਂ ਉਹ ਨੈਸ਼ਨਲ ਕਾਲਜ ਲਾਹੌਰ ਵਿੱਚ ਸਨ। ਉਹਨਾਂ ਨੇ ਦੇਸ਼ ਭਗਤੀ ਅਤੇ ਦੇਸ਼ ਦੀ ਆਜ਼ਾਦੀ ਲਈ ਕੁਝ ਕਰਨ ਦਾ ਪਹਿਲਾ ਪਾਠ ਪੜ੍ਹਿਆ। 1924 ਈਸਵੀ ਵਿੱਚ ਆਪ ਕਾਨਪੁਰ ਚਲੇ ਗਏ। ਉੱਥੇ ਆਪ ਨੇ ਸ੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਵੱਲੋਂ ਕੱਢੀ ਜਾਂਦੀ ਹਿੰਦੀ ਦੀ ਪ੍ਰਤਾਪ ਨਾਮਕ ਅਖਬਾਰ ਵਿੱਚ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ। ਸ੍ਰੀ ਵਿਦਿਆਰਥੀ ਗਰਮ ਧੜੇ ਦੇ ਕਾਂਗਰਸੀਆਂ ਵਿੱਚੋਂ ਸਨ। ਉਹਨਾਂ ਦੇ ਸੰਪਰਕ ਵਿੱਚ ਰਹਿ ਕੇ ਭਗਤ ਸਿੰਘ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੋਰ ਵੀ ਪ੍ਰਬਲ ਹੋ ਗਿਆ। ਇੱਥੇ ਹੀ ਆਪ ਦਾ ਮੇਲ ਚੰਦਰ ਸ਼ੇਖਰ ਆਜ਼ਾਦ ਨਾਲ ਹੋਇਆ। ਉਹਨਾਂ ਦਿਨਾਂ ਵਿੱਚ ਗਰਮ ਖਿਆਲੀ ਨੌਜਵਾਨ ਭਾਰਤੀਆਂ ਨੇ ਕਈ ਜਥੇਬੰਦੀਆਂ ਜਿਵੇਂ ਹਿੰਦੂ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ, ਹਿੰਦੁਸਤਾਨ ਰਿਪਬਲਿਕਨ ਆਰਮੀ ਤੇ ਨੌਜਵਾਨ ਭਾਰਤ ਸਭਾ ਆਦਿ ਬਣਾਈਆਂ। ਭਗਤ ਸਿੰਘ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਨ। 1927 ਈਸਵੀ ਵਿੱਚ ਨੌਜਵਾਨ ਭਾਰਤ ਸਭਾ ਬਹੁਤ ਸਰਗਰਮ ਹੋ ਗਈ ਸੀ। 1928 ਈਸਵੀ ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ ਜਿਸ ਦਾ ਸਾਰੇ ਭਾਰਤੀਆਂ ਵੱਲੋਂ ਵਿਰੋਧ ਕੀਤਾ ਗਿਆ। ਲਾਲਾ ਲਾਜਪਤ ਰਾਏ ਲਾਹੌਰ ਵਿਖੇ ਇਸ ਵਿਰੁੱਧ ਕੱਢੇ ਗਏ ਜਲੂਸ ਦੀ ਅਗਵਾਈ ਕਰ ਰਹੇ ਸਨ। ਉਹਨਾਂ 'ਤੇ ਲਾਠੀਆਂ ਚਲਾਈਆਂ ਗਈਆਂ ਜਿਸ ਕਾਰਨ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦਾ ਫੈਸਲਾ ਕਰ ਲਿਆ। ਭਗਤ ਸਿੰਘ ਨੇ ਅੰਗਰੇਜ਼ ਪੁਲਿਸ ਅਫਸਰ ਸਾਂਡਰਸ ਨੂੰ ਗੋਲੀ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ। ਆਪ ਨੇ ਸੁਖਦੇਵ ਅਤੇ ਰਾਜਗੁਰੂ ਨਾਲ ਮਿਲ ਕੇ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਪੋਸਟਰ ਵੀ ਵੰਡੇ। ਆਪ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਗ੍ਰਿਫਤਾਰੀ ਦੇ ਦਿੱਤੀ। ਆਪ ਉੱਤੇ ਕਈ ਮੁਕੱਦਮੇ ਚਲਾਏ ਗਏ। ਅਖੀਰ 23 ਮਾਰਚ 1931 ਨੂੰ ਆਪ ਨੂੰ ਆਪ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ 'ਤੇ ਲਟਕਾ ਦਿੱਤਾ ਗਿਆ। ਆਪ ਨੇ ਹੱਸਦੇ ਹੱਸਦੇ ਫਾਂਸੀ 'ਤੇ ਚੜ੍ਹ ਕੇ ਭਾਰਤ ਮਾਤਾ ਦੀ ਕੁਰਬਾਨੀ ਦਿੱਤੀ।
ਇਹਨਾਂ ਤਿੰਨਾਂ ਦੇਸ਼ ਭਗਤਾਂ ਦੀਆਂ ਸਮਾਧਾਂ ਫਿਰੋਜ਼ਪੁਰ ਨੇੜੇ ਹਸੈਨੀਵਾਲਾ ਦੇ ਸਥਾਨ 'ਤੇ ਬਣਾਈਆਂ ਗਈਆਂ ਹਨ। ਇੱਥੇ ਹਰ ਸਾਲ 23 ਮਾਰਚ ਨੂੰ ਮੇਲਾ ਲੱਗਦਾ ਹੈ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਵਿਸ਼ੇਸ਼ ਸਮਾਗਮ ਹੁੰਦੇ ਹਨ। ਆਪ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਭਾਰਤ ਵਾਸੀਆਂ ਨੂੰ ਭਗਤ ਸਿੰਘ ਵਰਗੇ ਦੇਸ਼ ਭਗਤਾਂ ਉੱਤੇ ਮਾਣ ਹੈ। ਆਪ ਦਾ ਨਾਂ ਸਦਾ ਅਮਰ ਰਹੇਗਾ। ਇਸ ਪ੍ਰਕਾਰ ਪਿਆਰੇ ਵਿਦਿਆਰਥੀਓ, ਜਿਹੜੇ ਸ਼ਹੀਦ ਹੁੰਦੇ ਹਨ ਉਹਨਾਂ ਦੇ ਸਰੀਰ ਭਾਵੇਂ ਸਾਡੇ ਕੋਲੋਂ ਚਲੇ ਜਾਣ, ਸਰੀਰਕ ਤੌਰ 'ਤੇ ਜੁਦਾ ਹੋ ਜਾਣ, ਪਰ ਉਹਨਾਂ ਦੇ ਵਿਚਾਰ, ਉਹਨਾਂ ਦੀਆਂ ਆਖੀਆਂ ਗੱਲਾਂ ਹਮੇਸ਼ਾ ਯਾਦ ਰਹਿੰਦੀਆਂ ਨੇ ਔਰ ਭਵਿੱਖ ਵਿੱਚ ਸਾਡਾ ਮਾਰਗਦਰਸ਼ਨ ਕਰਦੀਆਂ ਰਹਿੰਦੀਆਂ ਨੇ। ਸਰੀਰ ਮਰ ਜਾਂਦਾ ਹੈ ਪਰ ਵਿਚਾਰ ਨਹੀਂ ਮਰਦੇ, ਸਦਾ ਅਮਰ ਰਹਿੰਦੇ ਜੱਗ ਤੇ ਦੇਸ਼ ਲਈ ਜੋ ਮਰਦੇ। ਸੋ ਇਸ ਪ੍ਰਕਾਰ ਹਮੇਸ਼ਾ ਸਾਡੇ ਲੋਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ, ਸ਼ਹਾਦਤ ਨੂੰ, ਉਹਨਾਂ ਦੀ ਨੂੰ ਪ੍ਰਣਾਮ ਕਰਦੇ ਨੇ ਔਰ ਕਰਦੇ ਰਹਿਣਗੇ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਇਸ ਲੇਖ ਸ਼ਹੀਦ ਭਗਤ ਸਿੰਘ ਦੇ ਵਿੱਚ ਦੇਖਿਆ ਕਿਸ ਤਰ੍ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲਿਆ ਔਰ ਕੁਰਬਾਨੀ ਦਿੱਤੀ। ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ ਕਿਉਂਕਿ ਉਹਨਾਂ ਦੀ ਦੇਣ ਬਹੁਤ ਵੱਡੀ ਹੈ। ਅਜਿਹੇ ਹੀ ਸਾਡੇ ਆਜ਼ਾਦੀ ਦੇ ਘੁਲਾਟੀਆਂ ਦੇ ਸੰਘਰਸ਼ ਸਦਕਾ ਦੇਸ਼ ਆਜ਼ਾਦ ਹੋਇਆ ਤੇ ਅਸੀਂ ਇੱਕ ਆਜ਼ਾਦ ਦੇਸ਼ ਦੇ ਵਿੱਚ ਸਾਹ ਲੈ ਰਹੇ ਹਾਂ ਔਰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉ ਰਹੇ ਹਾਂ। ਸਾਨੂੰ ਹਮੇਸ਼ਾ ਹੀ ਆਪਣੇ ਆਜ਼ਾਦੀ ਦੇ ਇਹਨਾਂ ਘੁਲਾਟੀਆਂ ਦੀ ਕੁਰਬਾਨੀ ਤੇ ਇਹਨਾਂ ਦੇ ਜੀਵਨ ਨੂੰ ਯਾਦ ਰੱਖਣਾ ਚਾਹੀਦਾ ਔਰ ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਭਵਿੱਖ ਦੇ ਵਿੱਚ ਆਪਣੇ ਦੇਸ਼ ਨੂੰ ਹੋਰ ਨਵੀਆਂ ਬੁਲੰਦੀਆਂ, ਨਵੀਆਂ ਸਿਖਰਾਂ 'ਤੇ ਲੈ ਕੇ ਜਾਈਏ। ਹੁਣ ਮੈਂ ਤੁਹਾਡੇ ਸਾਹਮਣੇ ਰਾਮ ਪ੍ਰਸਾਦ ਬਿਸਮਲ ਹੋਣਾ ਦਾ ਇੱਕ ਗੀਤ ਜਿਹੜਾ ਕਿ ਬੜਾ ਪ੍ਰਸਿੱਧ ਹੋਇਆ ਸੀ, ਉਹਦੇ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ। ਇਹ ਗੀਤ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨਾਲ ਸੰਬੰਧਿਤ ਹੈ। ਸੋ ਗੀਤ ਦੇ ਕੁਝ ਬੋਲ ਇਸ ਤਰ੍ਹਾਂ ਨੇ। सरफरोशी की तमन्ना अब हमारे दिल में है, देखना है जोर कितना बाजुए का दिल में है, वक्त आने दे बता देंगे तुझे ऐ आसमां, हम अभी से क्या बताएं क्या हमारे दिल में है। जिंदाबाद।